ਸਾਰੀ ਗੁਰਬਾਣੀ ਦੇ ਵਿੱਚ ਹੀ ਅਗਾਧ ਬੋਧ ਅਕਥ ਦਾ ਭੇਤ ਦਿੱਤਾ ਗਿਆ ਹੈ। ਜਿੰਨਾ ਵੀ ਆਪਾਂ ਗੁਰਬਾਣੀ ਨੂੰ ਵਿਚਾਰਦੇ ਜਾਵਾਂਗੇ ਉਨੇ ਹੀ ਮਾਲਕ ਦੇ ਗੁਣਾਂ ਦੇ ਉਹ ਮੋਤੀ ਹੀਰੇ ਸਾਡਾ ਮਨ ਚੁਗਦਾ ਜਾਏਗਾ ਅਤੇ ਉਹਨਾਂ ਦਾ ਲਾਹਾ ਲੈਂਦਾ ਜਾਊਗਾ। ਅੱਜ ਦੇ ਮਹਾਵਾਕ ਦੇ ਵਿੱਚ ਮਹਾਰਾਜ ਨੇ ਹੁਕਮ ਕੀਤਾ ਹੈ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲ ਗਿਆ ਹਰ ਉਰ ਧਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇਕਰ ਸੰਸਾਰ ਦੇ ਵਿੱਚ ਕਿਸੇ ਦੀ ਪੂਜਾ ਹੋ ਸਕਦੀ ਆ ਜਾਂ ਕਿਸੇ ਦੇ ਰਾਹੀਂ ਭਗਤੀ ਪ੍ਰਗਟ ਹੋ ਸਕਦੀ ਆ ਤਾਂ ਉਹ ਨੇ ਸਤਿਗੁਰ। ਸਤਿਗੁਰ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸਭ ਤੋਂ ਪਹਿਲਾਂ ਦੁਨਿਆਵੀ ਰੂਪ ਦੇ ਵਿੱਚ, ਆਕਾਰ ਰੂਪ ਦੇ ਵਿੱਚ ਸਾਡੀ ਸਤਿਗੁਰ ਦੇ ਰੂਪ ਦੇ ਵਿੱਚ ਅਗਵਾਈ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰ ਕਿਉਂਕਿ ਦੁਨੀਆ ਆਕਾਰ ਰੂਪ ਹੈ ਤੇ ਆਕਾਰ ਰੂਪ ਦੇ ਵਿੱਚ ਹੀ ਸਤਿਗੁਰ ਆਪ ਦੀ ਕਲਾ ਵਰਤਾ ਰਹੇ ਨੇ। ਪਰ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਫਿਰ ਪਤਾ ਲੱਗਦਾ ਹੈ ਕਿ ਜੋ ਸਤਿਗੁਰ ਦਾ ਅਸਲੀ ਸਰੂਪ ਹੈ ਉਹ ਪ੍ਰਕਾਸ਼ ਰੂਪ ਹੈ। ਤੇ ਇਸ ਮਹਾਵਾਕ ਦੇ ਵਿੱਚ ਸਤਿਗੁਰ ਦੇ ਪ੍ਰਕਾਸ਼ ਰੂਪ ਉਹਨਾਂ ਦੇ ਜੋ ਆਕਾਰ ਰਹਿਤ ਸਰੂਪ ਦੀ ਗੱਲ ਕੀਤੀ ਗਈ ਆ। ਮਹਾਰਾਜ ਕਹਿੰਦੇ ਉਹ ਸਭ ਤੋਂ ਵੱਡੇ ਪੁਰਖ ਨੇ। ਜੇਕਰ ਭਗਤੀ ਕਰਨੀ ਹੈ, ਜਿੰਨੀ ਦੇਰ ਤੱਕ ਸਤਿਗੁਰ ਦਾ ਭੇਤ ਨਹੀਂ ਆਉਂਦਾ ਤੁਸੀਂ ਭਗਤੀ ਨਹੀਂ ਕਰ ਸਕਦੇ। ਸਤਿਗੁਰ ਨੇ ਪ੍ਰਕਾਸ਼ ਰੂਪ, ਉਹ ਇੱਕ ਜੋਤ ਸਰੂਪ ਨੇ ਤੇ ਐਸਾ ਕੋਈ ਵੀ ਰੋਮ ਨਹੀਂ, ਐਸਾ ਕੋਈ ਕੋਨਾ ਨਹੀਂ, ਕੋਈ ਦਿਸ਼ਾ ਨਹੀਂ ਜਿੱਥੇ ਮਾਲਕ ਦਾ ਪ੍ਰਕਾਸ਼ ਨਹੀਂ ਵਸਿਆ ਹੋਇਆ। ਤੇ ਜੇ ਅਸੀਂ ਉਹਨਾਂ ਦੇ ਉੱਪਰ ਧਿਆਨ ਨਹੀਂ ਲਾਉਂਦੇ ਤੇ ਵੈਸੇ ਅਸੀਂ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨੂੰ ਕਲਪਨਾਤਮਕ ਭਗਤੀ ਕਿਹਾ ਜਾਂਦਾ ਜਾਂ ਉਹਨੂੰ ਇੱਕ ਵਿਰਾਗ ਉਦਮ ਕਿਹਾ ਜਾਂਦਾ। ਵੀ ਸਾਨੂੰ ਪਤਾ ਨਹੀਂ ਅਸੀਂ ਕਿਹਨੂੰ ਆਵਾਜ਼ਾਂ ਮਾਰ ਰਹੇ ਹਾਂ, ਸਾਨੂੰ ਪਤਾ ਨਹੀਂ ਅਸੀਂ ਕਿਹਦਾ ਨਾਮ ਜਪ ਰਹੇ ਹਾਂ, ਸਾਨੂੰ ਨਹੀਂ ਪਤਾ ਅਸੀਂ ਕਿਹਦੀ ਉਸਤਤ ਕਰਦੇ ਪਏ ਹਾਂ। ਇੱਕ ਪਾਸੇ ਭਗਤਾਂ ਨੇ ਉਸਤਤ ਕੀਤੀ ਆ ਜੋ ਇਸੇ ਹੀ ਸ਼ਬਦ ਵਿੱਚ ਗਿਆ ਹੈ, ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧੰਨ ਧੰਨ ਵੱਡ ਭਾਗ ਹਮਾਰੇ। ਮਹਾਰਾਜ ਕਹਿੰਦੇ ਵੀ ਅਸੀਂ ਗੁਰ ਦੀ ਪਛਾਣ ਕਰਕੇ, ਗੁਰ ਇੱਥੇ ਗੱਗੇ ਨੂੰ ਔਂਕੜ ਰਾਰੇ ਨੂੰ ਸਿਹਾਰੀ ਆ, ਸਤਿਗੁਰ ਦੀ ਪਛਾਣ ਕਰਕੇ ਤੇ ਫਿਰ ਕੰਠ ਦੇ ਵਿੱਚ ਰਾਮ ਰਾਮ ਦਾ ਧਾਰਨ ਕੀਤਾ ਹੈ ਤੇ ਫਿਰ ਅਸੀਂ ਉਹਦੀ ਭਗਤੀ ਕੀਤੀ ਆ। ਜੇ ਅਸੀਂ ਪਹਿਲਾਂ ਸਿੱਧਾ ਹੀ ਕੰਠ ਦੇ ਵਿੱਚੋਂ ਰਾਮ ਰਾਮ ਜਪਦੇ ਸੀ, ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਜਪਦੇ ਸੀ, ਪਰ ਸਾਨੂੰ ਸਤਿਗੁਰ ਦੇ ਦਰਸ਼ਨ ਨਹੀਂ ਸੀ ਹੁੰਦੇ, ਸਾਨੂੰ ਪਛਾਣ ਨਹੀਂ ਸੀ ਹੋਈ। ਮਹਾਰਾਜ ਜੀ ਕਹਿੰਦੇ ਜਦੋਂ ਪਛਾਣ ਹੋ ਗਈ, ਜਿਸ ਦਿਨ ਤੋਂ ਨਾਮ ਦੀ ਵਡਿਆਈ ਪਤਾ ਲੱਗ ਗਈ, ਨਾਮ ਸੁਣਨ ਲੱਗ ਗਿਆ, ਸੱਚ ਦਿਖਣ ਲੱਗ ਗਿਆ, ਉਸੇ ਸਮੇਂ ਤੋਂ ਹੀ ਤੁਹਾਡਾ ਸ਼ਿਵ ਦੇ ਘਰ ਜਨਮ ਹੋ ਗਿਆ।
ਉਸ ਤੋਂ ਬਾਅਦ ਤੁਸੀਂ ਕਿਸੇ ਭਾਸ਼ਾ ਦੀ, ਪਵਨ ਦੀ ਜਾਂ ਮਾਇਆ ਦੀ ਭਗਤੀ ਨਹੀਂ ਕਰਨੀ। ਜਦੋਂ ਤੋਂ ਤੁਹਾਨੂੰ ਸੱਚ ਤੇ ਨਾਮ ਦੀ ਪਛਾਣ ਹੋ ਗਈ, ਫਿਰ ਤੁਸੀਂ ਉਹਦੀ ਭਗਤੀ ਕਰਨੀ ਆ। ਜਦੋਂ ਫਿਰ ਸਾਨੂੰ ਸੱਚ ਦੀ ਪਛਾਣ ਹੋ ਗਈ ਤੇ ਸਾਨੂੰ ਇਹ ਵੀ ਪਤਾ ਲੱਗਾ ਵੀ ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਸੀ, ਰਾਮ ਕਹਿੰਦੇ ਸੀ, ਉਹ ਆ ਸਾਡੇ ਸਾਹਮਣੇ ਆ, ਇਹ ਪ੍ਰਕਾਸ਼ ਰੂਪ ਆ। ਫਿਰ ਭਗਤਾਂ ਨੇ ਜਦੋਂ ਘਰ ਦੇ ਵਿੱਚ ਵਾਸਾ ਕੀਤਾ ਤੇ ਉਹ ਸਾਹਮਣੇ ਜਿਹੜਾ ਪ੍ਰਕਾਸ਼ ਸਰੂਪ ਮਾਲਕ ਸੀ, ਉਹਦੇ ਉੱਪਰ ਧਿਆਨ ਧਰ ਕੇ ਉਹਦੇ ਸੋਹਲੇ ਗਏ। ਪਛਾਣ ਕਿਹਨੂੰ ਹੋਈ? ਮਨ ਨੂੰ ਪਛਾਣ ਹੋਈ। ਕਿਉਂਕਿ ਗਿਆਨ ਜਿਹੜਾ ਪਹਿਲੜਾ ਗਿਆਨ ਸੰਗਤ ਦੇ ਵਿੱਚ ਸ਼ੁਰੂ ਹੀ ਇੱਥੋਂ ਹੁੰਦਾ ਹੈ ਵੀ ਤੁਹਾਡਾ ਮਨ ਦਾ ਸਰੂਪ, ਤੁਹਾਡੇ ਮਨ ਦੀ ਪਛਾਣ ਕਰਾਈ ਜਾਂਦੀ ਤੁਹਾਨੂੰ। ਕਿਉਂਕਿ ਮਨ ਤੋਂ ਬਿਨਾਂ ਕਿਸੇ ਹੋਰ ਨੇ ਭਗਤੀ ਕਰਨੀ ਨਹੀਂ। ਤੇ ਜੇ ਮਨ ਦੀ ਪਛਾਣ ਨਹੀਂ, ਤੁਸੀਂ ਤਨ ਕਰਕੇ ਜ਼ੋਰ ਲਾਉਂਦੇ ਰਹੋਗੇ, ਤਨ ਕਰਕੇ ਜਾਪ ਜਪਦੇ ਰਹੋਗੇ, ਤਨ ਕਰਕੇ ਗਿਆਨ ਕਰੀ ਜਾਓਗੇ, ਮਨ ਦੀ ਪਛਾਣ। ਮਨ ਦਾ ਭੇਤ ਨਹੀਂ ਆਇਆ। ਜਿਹਨੂੰ ਕਹਿੰਦੇ ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇਵ ਪਵਿੱਤਰਾ, ਖਿੰਨ ਬੋਲੋ ਗੁਰਮੁਖ ਬਣ। ਪਰ ਪੰਚ ਛੋੜ ਸਹਿਜ ਘਰ ਬੈਸੋ। ਪਰ ਪੰਚ ਛੋੜ ਸਹਿਜ ਘਰ ਬੈਸੋ, ਝੂਠਾ ਕਹੋ ਨਾ ਕੋਈ। ਸਤਿਗੁਰ ਮਿਲੋ, ਨਵੇਂ ਨਿਦ ਪਾਵੋ, ਇਹਨੂੰ ਵੀ ਤਤ ਮਿਲੋ। ਕਹਿੰਦੇ ਜਿੰਨੀ ਦੇਰ ਤੱਕ ਮਨ ਦੇ ਵਿੱਚ ਦੁਬਿਧਾ ਹੈ, ਜਾਂ ਕਿਸੇ ਦੇਵਤੇ ਦੇ ਉੱਪਰ ਆਸ ਹੈ, ਜਾਂ ਕਿਸੇ ਦੇਵ ਨੂੰ ਤੁਸੀਂ ਮਾੜਾ ਕਹਿ ਰਹੇ ਹੋ। ਜਿਵੇਂ ਅੱਜ ਕੱਲ੍ਹ ਬਹੁਤੇ ਜੀਵ ਇਹੀ ਕਹਿੰਦੇ ਆ ਵੀ ਸ਼ਿਵ ਜੀ ਨੂੰ ਕੀ ਪਤਾ ਸੀ, ਵਿਸ਼ਨੂੰ ਨੂੰ ਕੀ ਪਤਾ ਸੀ, ਸ਼ਿਵ ਜੀ ਮਾੜਾ ਸੀ, ਬ੍ਰਹਮਾ ਮਾੜਾ ਸੀ, ਮਹਾਕਾਲ ਮਾੜੀ ਸੀ, ਦੇਵੀਆਂ ਨੂੰ। ਕਹਿੰਦੇ ਫਿਰ ਤੁਹਾਨੂੰ ਕਥ ਦਾ ਭੇਤ ਹੀ ਨਹੀਂ ਆਇਆ। ਕਹਿੰਦੇ ਸੰਤੋ ਐਸੀ ਕਥੋ ਕਹਾਣੀ। ਕਿਹੜੀ ਕਹਾਣੀ? ਸੁਰ ਪਵਿੱਤਰ ਨਰ ਦੇਵ ਪਵਿੱਤਰ, ਖਿੰਨ ਬੋਲੋ ਗੁਰਮੁਖ ਬਣ। ਕਹਿੰਦੇ ਜਿੰਨੀ ਦੇਰ ਤੱਕ ਤੁਹਾਨੂੰ ਇਹ ਨਹੀਂ ਸਮਝ ਆਇਆ ਵੀ ਕੋਈ ਵੀ ਦੇਵੀ ਦੇਵਤਾ ਜਾਂ ਇਹ ਜਿਹੜੇ ਸੂਖਮ ਸਮਾਏ ਹੋਏ ਨੇ, ਇਹ ਪਵਿੱਤਰ ਨੇ, ਇਹ ਮਾੜੇ ਨਹੀਂ ਹੈਗੇ। ਕਿਉਂਕਿ ਉਹ ਆਪ ਦੀ ਇੱਕ ਸਟੇਜ ਦੇ ਉੱਪਰ ਸਮਾਏ ਹੋਏ ਨੇ। ਨਾ ਉਹ ਹਿੰਦੂਆਂ ਦੇ ਨੇ, ਨਾ ਉਹ ਮੁਸਲਮਾਨਾਂ ਦੇ ਨੇ, ਨਾ ਉਹ ਸਿੱਖਾਂ ਦੇ ਨੇ, ਨਾ ਉਹ ਮੰਦਰਾਂ ਦੇ ਨੇ। ਉਹ ਤਾਂ ਇੱਕ ਐਸੇ ਗੁਰਮੁਖ ਜੀਵ ਸੀ ਜੋ ਕਿਸੇ ਸਮੇਂ ਧਰਤੀ ਤੇ ਜਨਮ ਲੈ ਕੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ, ਪਰ ਮਾਇਆ ਦੇ ਭੁਲੇਖੇ ਕਾਰਨ ਉਹ ਆਪ ਦੀ ਭਗਤੀ ਪੂਰੀ ਨਹੀਂ ਕਰ ਸਕੇ। ਇਹਦੇ ਪ੍ਰਪੰਚ ਵਿੱਚ ਐਸਾ ਹੋਇਆ ਵੀ ਨਾਮ ਜਪਦੇ ਰਹੇ, ਸੱਚ ਨੂੰ ਧਿਆਉਂਦੇ ਰਹੇ, ਪਰ ਆਤਮ ਤੱਤ ਦੀ ਖੋਜ ਨਹੀਂ ਕਰ ਸਕੇ। ਉਹਨਾਂ ਦੀ ਸਵਾਸਾਂ ਦੀ ਪੂੰਜੀ ਖਤਮ ਹੋਈ। ਸਤਿਗੁਰ ਨੇ ਉਹਨਾਂ ਨੂੰ ਇੱਕ ਸੂਖਮ ਮੰਡਲ ਦੇ ਵਿੱਚ, ਸੂਖਮ ਰੂਪ ਦੇ ਵਿੱਚ ਵਾਸ ਦੇ ਦਿੱਤਾ ਵੀ ਇੱਥੇ ਵੇਟ ਕਰੋ, ਇੱਥੇ ਦੇਖੋ। ਫਿਰ ਉਹ ਮਾੜੇ ਕਿਵੇਂ ਹੋ ਗਏ? ਉਹਨਾਂ ਨੇ ਸਤਿਗੁਰ ਨੂੰ ਧਿਆਇਆ, ਖੇਲ ਨੂੰ ਪਾਉਣਾ ਚਾਹਿਆ, ਨਹੀਂ ਆਇਆ। ਭਗਤੀ ਕੀਤੀ, ਚਲੋ ਕੁਛ ਪ੍ਰਚਾਰ ਵੀ ਕੀਤਾ, ਪਰ ਕੁਛ ਗਲਤੀਆਂ ਰਹਿ ਗਈਆਂ, ਜਾਂ ਕੋਈ ਕਾਮ ਵਸ ਪੈ ਗਿਆ, ਜਾਂ ਕੋਈ ਲੋਭ ਵਸ ਪੈ ਗਿਆ। ਅਸੀਂ ਕਹਿ ਦਿੱਤਾ ਵੀ ਦੇਵੀਆਂ ਤਾਂ ਹੈਗੀਆਂ ਨੇ ਹਿੰਦੂਆਂ ਦੀਆਂ, ਕ੍ਰਿਸ਼ਨ ਹੈਗਾ ਹਿੰਦੂਆਂ ਦਾ, ਬਾਬਾ ਨਾਨਕ ਹੈਗਾ ਸਿੱਖਾਂ ਦਾ, ਤੇ ਮੁਹੰਮਦ ਸਾਹਿਬ ਹੈਗੇ ਆ ਮੁਸਲਿਆਂ ਦੇ, ਮੁਸਲਮਾਨਾਂ ਦੇ। ਤੇ ਤਿੰਨਾਂ ਦਾ ਮੈਸੇਜ ਇੱਕ ਹੈ, ਆਤਮਾ ਨੂੰ ਤੇ ਮਨ ਨੂੰ ਮੈਸੇਜ ਹੈ। ਜਿੱਥੋਂ ਮੁਹੰਮਦ ਸਾਹਿਬ ਆਏ, ਉੱਥੋਂ ਗੁਰੂ ਨਾਨਕ ਦੇਵ ਆਏ, ਉੱਥੋਂ ਹੀ ਕਬੀਰ ਸਾਹਿਬ ਆਏ, ਉੱਥੋਂ ਹੀ ਕ੍ਰਿਸ਼ਨ ਜੀ ਮਹਾਰਾਜ ਆਏ, ਉੱਥੋਂ ਹੀ ਰਾਮ ਜੀ ਆਏ। ਮੂਲ ਨੂੰ ਭੁੱਲ ਕੇ ਅਸੀਂ ਥੱਲੋਂ ਤੱਕ ਜੁੜ ਗਏ। ਮਹਾਰਾਜ ਕਹਿੰਦੇ ਨਹੀਂ,
ਸੰਤੋ ਐਸੀ ਕਥੋ ਕਹਾਣੀ, ਕਹਿੰਦੇ ਐਸੀ ਫਿਰ ਅਕਥ ਕਥਾ ਦਾ ਭੇਤ ਲਓ। ਤੁਹਾਨੂੰ ਭੇਤ ਨਹੀਂ ਹੈਗਾ ਵੀ ਦੇਵਤੇ ਕੌਣ ਸੀ ਜਾਂ ਸ਼ਿਵ ਜੀ ਕੌਣ ਸੀ ਜਾਂ ਸੁਰਨਰ ਦੇਵ ਕੌਣ ਸੀ। ਖਿਨ ਬੋਲੋ ਗੁਰਮੁਖ ਬਾਣੀ, ਕਹਿੰਦੇ ਗੁਰਮੁਖਾਂ ਵਾਲੀ ਬਾਣੀ ਦ੍ਰਿੜ ਕਰੋ। ਇਹ ਤਾਂ ਤੁਸੀਂ ਤ੍ਰੈਗੁਣ ਦੀ ਵਿਦਿਆ ਦ੍ਰਿੜ ਕਰ ਰਹੇ। ਪਰਪੰਚ ਛੋੜ ਸਹਿਜ ਘਰ ਬੈਸੋ, ਕਹਿੰਦੇ ਝੂਠੇ ਪ੍ਰਪੰਚ ਨਾ ਕਰੋ। ਕੋਈ ਆਸਨ ਲਗਾ ਰਿਹਾ, ਕੋਈ ਇਸ ਤਰ੍ਹਾਂ ਉਂਗਲਾਂ ਕਰਕੇ ਬੈਠਾ, ਕੋਈ ਬੋਦੀ ਰੱਖ ਕੇ ਬੈਠਾ, ਕੋਈ ਦਮਾਲਾ ਸਜਾ ਕੇ ਬੈਠਾ, ਕੋਈ ਵਾਲ ਖੋਲ੍ਹ ਕੇ ਬੈਠਾ। ਇੱਥੋਂ ਤੱਕ ਨਾ ਰਹੋ। ਦੁਨਿਆਵੀ ਪ੍ਰਪੰਚ ਕਰਕੇ ਤੇ ਤੁਸੀਂ ਕਹੋ ਕਿ ਅਸੀਂ ਭਗਤੀ ਕਰਨ ਲੱਗ ਗਏ। ਮੈਂ ਪਹਿਲਾ ਬਚਨ ਕੀਤਾ ਕਿ ਸਤਿਗੁਰ ਦਾ ਪ੍ਰਕਾਸ਼ ਜਿੰਨੀ ਦੇਰ ਤੱਕ ਸਤਿਗੁਰ ਦੇ ਸਨਮੁਖ ਨਹੀਂ ਹੁੰਦੇ, ਜੇ ਤੁਹਾਨੂੰ ਨਾਮ ਦੀ ਧੁਨ ਨਹੀਂ ਸੁਣਦੀ ਤਾਂ ਸਮਝੋ ਫਿਰ ਤੁਸੀਂ ਮਾਇਆ ਦੇ ਘਰ 'ਚ। ਅਗਰ ਨਾਮ ਦੀ ਧੁਨ ਤੁਹਾਨੂੰ ਨਹੀਂ ਸੁਣ ਰਹੀ, ਅੰਮ੍ਰਿਤ ਰਸ ਦੀ ਖੁਰਾਕ ਤੁਹਾਡੇ ਵਿੱਚ ਨਹੀਂ ਆ ਰਹੀ, ਫਿਰ ਕਿਹੜੀ ਜਗ੍ਹਾ ਤੇ ਹੋ ਦੱਸੋ ਬਈ। ਜੇ ਨਾਮ ਦੀ ਧੁਨ ਨਹੀਂ ਸੁਣਦੀ, ਅੰਮ੍ਰਿਤ ਰਸ ਦੀ ਖੁਰਾਕ ਨਹੀਂ ਆ ਰਹੀ, ਕਿੱਥੇ ਹੋ? ਤ੍ਰੈਗੁਣ 'ਚ। ਉਹਦੀ ਨਿਸ਼ਾਨੀ ਆ ਵੀ ਮੁੱਖ ਵਿੱਚ ਥੁੱਕਾਂ ਆਉਂਦੀਆਂ ਨੇ, ਕੜੱਤਨ ਆਉਂਦੀ ਆ, ਸਵੇਰ ਨੂੰ ਉੱਠਦਿਆਂ ਮੂੰਹ ਭਰਿਆ ਹੁੰਦਾ ਕੜੱਤਨ ਦੇ ਨਾਲ, ਅੱਖਾਂ 'ਚ ਗਿੱਡਾਂ ਹੁੰਦੀਆਂ, ਸਤਿਗੁਰ ਦੀਂਦਾ ਨਹੀਂ, ਅਤੇ ਕੰਨਾਂ ਵਿੱਚ ਕੀ ਸੁਣਦਾ? ਚਿੜੀਆਂ ਬਾਹਰਲੀਆਂ ਤਾਂ ਸੁਣ ਪੈਂਦੀਆਂ, ਅੰਦਰਲੀਆਂ ਨਹੀਂ ਸੁਣਦੀਆਂ ਨੇ। ਫਿਰ ਕਿੱਥੇ ਹੋ? ਤ੍ਰੈਗੁਣ 'ਚ। ਫਿਰ ਤੁਸੀਂ ਭਗਤੀ ਕਰਨੀ ਚਾਹੁੰਦੇ ਹੋ, ਪਰ ਕਿਵੇਂ ਕਰਦੇ ਹੋ? ਪਰਪੰਚ। ਤਨ ਦਾ ਇਸ਼ਨਾਨ ਕਰਵਾ ਲਿਆ, ਸੁੰਦਰ ਸਜਾ ਲਿਆ ਤੇ ਬੈਠ ਗਿਆ ਆਸਣ ਲਾ ਕੇ, ਅੱਖਾਂ ਬੰਦ ਕਰ ਲਈਆਂ, ਮੁੱਖੋਂ ਮੰਤਰ ਤੰਤਰ ਜੰਤਰ ਪੜ੍ਹ ਰਹੇ ਹੋ, ਪਰ ਜਿਹਨੇ ਭਗਤੀ ਕਰਨੀ ਨਾ ਉਹਦੀ ਪਛਾਣ, ਉਹ ਪਤਾ ਨਹੀਂ ਕਿੱਧਰ ਨੂੰ ਗਿਆ ਹੋਇਆ। ਕਹਿੰਦੇ ਨਾ ਪਰਪੰਚ ਛੋੜ ਸਹਿਜ ਘਰ ਬੈਸੋ, ਝੂਠਾ ਕਹੋ ਨਾ ਕੋਈ। ਕਿਸੇ ਨੂੰ ਝੂਠਾ ਨਾ ਕਹੋ ਵੀ ਉਹ ਝੂਠਾ ਸੀ, ਆਹ ਝੂਠਾ ਸੀ। ਭਾਈ ਜਿਹਨੇ ਮਨ ਦੀ ਜਿੰਨੀ ਪਛਾਣ ਕਰ ਲਈ ਉਹਨੂੰ ਉੱਥੇ ਵਾਸ ਮਿਲ ਗਿਆ। ਜੇ ਕੋਈ ਵੱਧ ਕਰ ਲਈ ਉਹ ਸੰਤ ਪਦ ਤੇ ਅਨਹਦ ਬਾਣੀ ਦੇ ਵਿੱਚ ਚਲਿਆ ਗਿਆ। ਜਿਹਨੂੰ ਨਹੀਂ ਹੋਈ ਉਹ ਰਸਤੇ 'ਚ ਰਹਿ ਗਿਆ। ਉਹਨੂੰ ਕਹਿ ਰਹੇ ਹੋ ਵੀ ਉਹਦੇ 'ਚ ਕਾਮ ਸੀ, ਵਿਸ਼ਨ ਮਾੜਾ ਸੀ, ਉਹਦੇ 'ਚ ਕ੍ਰੋਧ ਸੀ, ਮਹਾਦੇਵ ਮਾੜਾ ਸੀ। ਪਹਿਲਾਂ ਤੂੰ ਆਪ ਦੀ ਦੱਸ ਬਈ, ਤੂੰ ਤੇਰੇ 'ਚ ਕੀ ਗੁਣ ਆ? ਚਲੋ ਉਹਨਾਂ ਨੇ ਉਦਮ ਤਾਂ ਕੀਤਾ, ਉਹਨਾਂ ਨੇ ਚੌਂਕੜੇ ਤਾਂ ਲਾਏ, ਬੈਠੇ ਤਾਂ ਸਹੀ, ਕੁਛ % ਤਾਂ ਨਿਕਲੇ, ਕਿਤੋਂ ਤੱਕ ਤਾਂ ਨਿਕਲੇ। ਉਹਨਾਂ ਦਾ ਨਾਮ ਹੋ ਰਿਹਾ, ਉਹਨਾਂ ਦਾ ਜਸ ਹੋ ਰਿਹਾ। ਤੇਰੇ ਕੋਲ ਕੀ ਆ? ਕਹਿੰਦੇ ਸਤਿਗੁਰ ਮਿਲੋ, ਨਵੇਂ ਨਿਧ ਪਾਵੋ, ਇਨ ਵਿਦ ਤਤ ਮਿਲੋ। ਕਹਿੰਦੇ ਸਤਿਗੁਰ ਨੂੰ ਮਿਲ ਲਓ, 9 ਨੀਲੀਆਂ ਤੁਹਾਨੂੰ ਦੇ ਦੇਣਗੇ ਤੇ ਨਾਲੇ ਤੱਤ ਵੀ ਪ੍ਰਗਟ ਹੋ ਜੂ। 9 ਨੀਲੀਆਂ 'ਚ ਕੀ ਆ ਗਿਆ? ਰਿੱਧ ਸਿੱਧ ਸਭ ਕੁਛ ਆ ਗਿਆ। ਜੋ ਮੰਗਤ ਸੋਈ ਫਲ ਪਾਵੋ, ਜੋ ਮੰਗੋਗੇ ਉਹੀ ਫਲ ਸਤਿਗੁਰ ਦੇਣਗੇ। ਪਹਿਲਾਂ ਸਤਿਗੁਰ ਦੀ ਪਛਾਣ, ਫਿਰ ਸਤਿਗੁਰ ਦੇ ਘਰ ਦੀ ਪਛਾਣ, ਤੇ ਜਿਹੜਾ ਉਸ ਘਰ ਦੇ ਵਿੱਚ ਜਾ ਕੇ ਬੇਨਤੀ ਕਰਦਾ ਹੈ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ। ਆਪਣਾ ਕੀ ਆ? ਆਪੇ ਮੰਨ, ਸਭ ਜਾਣਦਾ, ਉਹ ਮੰਨਦਾ ਹੈ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ। ਕਹਿੰਦੇ ਭਰਮ ਚੁਕਾਓ, ਗੁਰਮੁਖ ਲਿਵ ਲਾਓ, ਆਤਮ ਚੀਨੋ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ। ਕੈਸਿਓ ਕਰੋ ਬੁਰਾਈ। ਕਹਿੰਦੇ ਤੁਸੀਂ ਆਪਦਾ ਭਰਮ ਖਤਮ ਕਰ ਦਿਓ ਵੀ ਆਹ ਮਾੜਾ ਹੈ, ਉਹ ਮਾੜਾ ਹੈ, ਉਹਨੂੰ ਗਿਆਨ ਜ਼ਿਆਦਾ ਹੈ, ਇਹ ਮਨਮੁਖ ਆ, ਗੁਰਮੁਖ ਆ। ਕਹਿੰਦੇ ਤੁਹਾਨੂੰ ਆਤਮਾ ਦੀ ਪਛਾਣ ਨਹੀਂ ਹੋਈ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ। ਹਰ ਇੱਕ ਦੇ ਮੁੱਖ ਦੇ ਵਿੱਚੋਂ ਕੌਣ ਬੋਲ ਰਿਹਾ, ਬੁਲਾ ਰਿਹਾ ਹੈ? ਕਥਤਾ ਬਖਤਾ ਸੁਣਤਾ ਕੌਣ ਆ? ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਭਾਈ। ਲਿਵ ਲਾ ਕੇ ਸਾਹਮਣੇ ਨਿਜ ਪਦ ਦੇ ਉੱਪਰ, ਸੱਚ ਦੇ ਉੱਪਰ ਧਿਆਨ ਲਾ ਕੇ ਸਾਰਿਆਂ ਤੇ ਦ੍ਰਿਸ਼ਟੀ ਮਾਰੋ। ਸਾਰਿਆਂ ਵਿੱਚ ਤਾਂ ਉਹੀ ਹੈ ਤੇ ਉਹ ਹਾਜ਼ਰ ਹੈ। ਮਹਾਰਾਜ ਕਹਿੰਦੇ ਹਾਜ਼ਰ ਆ।
फिर बुराई किहदे कोलों किहदी करदे? बुराई तो कीती नहीं जा सकती। इस करके जे असी कल्ला सतगुर तो बिना भगती करांगे, कई गुरमुखां नूं प्रकाश दे विच भी साडे मन की अवस्था है। पहली स्टेज ते जिहड़ा सानूं सच दे दर्शन हुंदे आ, वो दर दा प्रकाश दिखदा है। उहदे विच प्रकाश दिख रहा है, मालक दे तुसीं सन्मुख हो, पर ना गलबात करदा है, ना सेज ते बिठा के खजाना दिंदा है, ना वो नाम की खुराक दिंदा। दर्शन हो रहे हैं। फिर दर दे उपर दर्शन सारे ही करते पे ने। कौन कौन करते? तुसीं रोज़ शाम नूं पढ़दे हो, गावण तुदनू पौण पाणी बै संतर गावै राजा धर्म द्वारे। गावन तुदनू चित गुप्त लिख जाना, लिख लिख धर्म विचारे। गावन तुदनू ईसर ब्रह्मा देवी सारिਆਂ ਨੂੰ हो रहा प्रकाश तेरे दर ते खड़ के तेनू गा रहे आ। ਉਹਦਾ दर ਕਿਹੜਾ है? प्रकाश रूपी दर ही आ, होर तो नहीं कोई। 100 दर ते खड़े ने सारे। पौण पाणी नूं भी प्रकाश है, सन्मुख। काल भी सन्मुख है, माया भी सन्मुख है। तां ही तो हुकम च चलते हैं ना। एका माई जुगत व्याई, तिन चेले प्रमाण, एक संसारी एक भंडारी, एक लाए दीवान। जिव तिस भावै तिव चलावे जो हो प्रमाण। दर ते सन्मुख है, प्रकाश है। हुण तुसीं भी उत्थे चले गए। काल कहंदा भी जिथे तक मैं हाँ उत्थे तक मैं लै जाना तैनूं, पर गां तैनूं प्रवान करे ना करे, होर होवे ना होवे। एक तो गुरु दे राही जाना, अपना रस्ता किहड़ा गुरमुखां दा? शब्द की कमाई करनी, काल दा जाल भरम दी दीवार तोड़नी। फिर नाम जिहड़ा काल कोल नहीं हैगा। नानक के घर केवल नाम, नानक दे घर आ नाम केवल। वो नाम नूं पकड़ना, नाम की सेवा करनी, सच दी जाल। एक सीधा डायरैक्ट भी चले जाओ, चोरी भी जा सकने, ठीक नहीं। पर वो दर ते जिथे वो आप खड़ा उत्थे लै जाओ, खड़े रहो। प्रकाश हो गया, ਜਾਂ ਪਛਾਣ हो गई, ਜਾਂ पता लग गया जी इत्थे आ रब, खड़े रहो। गलबात करता है, नौनित मिल गई तुहानूं, गलबात करता है, सुखम खजाना मिल गया, ना नौनित मिली ना सुखम खजाना मिलिया, ड्यूटी लगन लग गई, ਜਾਂ जो कहंदे ਉਹ कर दिंदा। फिर तुसीं घर च नहीं गए। घर दे विच सतगुर ने आप ले जाना है, क्योंकि घर ही आउंदा है। तू किवें दरवाजा खोलेंगा जाके? हुण आ भाई साहब का घर है, आपां बैठे इन्हां दे घर, उत्थों किवें खोलांगे? ये खोलणगे तां आपां अंदर आ सकदे। इस तरह फिर सतगुर दी जदों सेवा तो खुश हुंदे आ, उत्थे साडे वो बचन, साडी दृष्टि, साडी सेवा चैक करता है। घाल खाए किछ हथों दे, नानक राह पछाणा। सतगुर मिलिए उल्टी पई, नौनित खर्चो पाई। महाराज कहते कोट कोट 33 ताका अंत ना पावै पारे, हिरदे काम कामणी मांगा, रिद मांगा हथ पसारे। कहते देव देवते उनके दर तक गए, पर उन्होंने कबूल नहीं किया। पहुँच गए वो भी किते ना किते, पर क्यों? कहते हिरदे काम कामणी मंग। हिरदे विच जिहड़ी सी काम धेन की मंग कर ली। काम धेन हुंदा है भी साडियां इच्छावां पूर्ण होण, असीं उम्र वधा लईए, सानूं खजाना मिले, होर मिले। हिरदे काम कामणी मंग है, कामणी हो गई माया ते काम हो गया काम धेन। रिद मंग है, हथ पसारे रिदियां मंगियां, आंदा उत्थे ही रहो। क्यों? क्योंकि आपा पद निर्वाण ना चीनिया, इन विद अभियो ना चुक है। आपा पद नहीं देखी, हुक्म च नहीं है।
इस तरीके फिर जदों दर के उपर साडी नेत्रां दी, साडी दृष्टि दी, ध्यान दी, साडे मन की सेवा प्रवान करदा है, फिर उत्थों दर तो घर दे विच बिठाउंदा। घर दे विच फिर जिहड़ा है उत्थे साडे मन नूं एक तां पाउण दे द्वारा अमृत रस सानूं दिंदा है, माया की ड्यूटी ला दिंदा है। माया दे वस पाउण है ना, पाउण तां माया वस है, ते माया दे देश दे विचों आप अमृत रस दिंदा। वो तो मुख च आ गया, आ जीवा ते आउंदा है, इस ते पाउण द्वारा है। इत्थों मालक ने अमृत दिता, श्वास राही अंदर गया, अंदर जाके गले ते गया, उत्थे जीवा ते टकराया ते आ गया। पर जदों असीं घर दे विच जावांगे फिर साडे सूखम मन नूं अंदर बिठा के अमृत रस दिंदा। नाम रस जिहड़ा नाम दे विचों आउंदा। फिर घर दे विच जदों असीं प्रकाश नाम दे सन्मुख होवांगे, उहदे नाल सानूं अनहद बाणी दा खजाना भी दिंदा। ਉਹ ਤੋਂ ਬਾਅਦ ਜਦੋਂ गुरु की सेवा असीं घर दे विच बैठ के करते हैं, सतगुर की सेवा करते हैं, फिर साडे ते खुश हुंदा है। फिर सानूं कहंदे खोल कवाड़ा महल बुलाया, जैसा सत सदी बुलाया। जिथे जाके नाद धुन बाणी सारी समा जाती आ, उस महल दे विच वो आपे बुलाउंदा है। आपे जाणै आपे दे, आखै सेपी कई के, किसे किसे नूं आप आखै सेपी कई के, किसे किसे नूं बुलाउंदा है। उत्थे कहंदे ने जिसनूं बख्शे सिफत सलाह, अंतरगत ड्यूटी लाउंदा उन्हें नानक पातशाही पातशाह। ऐसे गुरमुख जिहड़े ने फिर काल इधरों नरक भरदा है, ते ऐसे गुरमुख जिहड़े बिसमाज समाज ने वो खाली करवाई जांदे, उन्हें भरी जाना। क्योंकि जिन्ना जेता कीता तेता नाम, नाम दे राही सारे पासे ब्रह्मण संपर्क है। वो नाम ते जदों आसन लग के गुरमुख दर दे उपर पहरा दिंदे आ, तां किन्नियां जूनां इस शरीर विच रोज़ जन्म लैंदियां ने ते खत्म हुंदियां। जदों साडे नाम दे विच आसन लगदा, साडे विचार रुकदे आ, इस शरीर विचलियां जूनां दे विच भी वो सिद्धा उन्हां नूं खाली करवाई जांदी। तिन की बरकत खाएं असंख करोड़े, असंख करोड़ां जीव उन्हां दे ध्यान दे विचों भर जाए। मनमुख नूं तां पता ही नहीं मेरे अंदर कौन आ रहा कौन नहीं आ रहा। इस करके जदों सानू सतगुर की पछाण हुंदी आ, फिर असीं सतगुर दे दर ते बैठ के फिर उन्हां दे घर च, फिर वो महल च प्रकाश दे विच समाउंदे जाने आ। 3 स्टेजां ते फिर सानू यही प्रकाश 3 स्टेजां ते बैठ के देखदे हां। फिर जिहड़ा महल दे विच है वो साडी सुरत विच प्रकाश हो जाता, क्योंकि दर दे उपर जदों असीं बैठदे हां कल्ला प्रकाश हुंदा, साडे हिरदे च नहीं हुंदा। दर ते बैठ के मन की बेनतियां करदा, दास तेरे की बेनती रिद कर प्रकाश, हिरदे च प्रकाश नहीं होया। तुमरी कृपा ते पार ब्रह्म दोखन गुनास। फिर हिरदे च प्रकाश होण ते उस तो बाद महल, उत्थे नौनिध अमृत प्रभ का नाम, उत्थे 9 निधियां ते अमृत दिंदा है नाम च। जो भी कहो कहंदे कर दिआंगे। पर जिवें असीं पढ़िआ हुणे शब्द दे विच आया सीगा, महाराज कहंदे हर जन निकट निकट हर जन है। मालक कहंदे जन दे बहुत निकट आ ते जन ओहदे बहुत निकट आ। हर राखै कंठ जन धारे, मालक आपदे कंठ नाल ला के रखदा उहनूं। ये किहड़ी अवस्था जी कंठ नाल किवें लगदा? कहंदे गल नाल ला के रखदा। किवें ला के रखदा दसो बई? हाँ जी,
ਉਹ ਤਾਂ ਆਪਾਂ ਜਪਿਆ ਨਾ। ਮਹਾਰਾਜ ਕਹਿੰਦੇ ਵੀ ਗੁਰਮੁਖ ਤਾਂ ਕੰਠ ਨਾਲ ਲਾ ਕੇ ਰੱਖਦੇ ਹੀ ਆ, ਅਸੀਂ ਜਪ ਰਹੇ ਹਾਂ। ਮਾਲਕ ਆਪਦੇ ਕੰਠ ਨਾਲ ਲਾ ਕੇ ਰੱਖਦਾ। ਹਾਂ, ਧੁਨ ਕਿੱਥੋਂ ਨਿਕਲ ਰਹੀ ਆ? ਮਾਲਕ ਦੇ ਮੁਖ ਚੋਂ। ਉਹ ਆਪਦੀ ਧੁਨ ਦੇ ਨਾਲ ਜੋੜ ਕੇ ਰੱਖਦਾ, ਆਪਦੇ ਗਲੇ ਨਾਲ ਲੱਗਦਾ। ਹਾਂ, ਉਹਨਾਂ ਦਾ ਗਲਾ ਖਾਲੀ ਖਲਾ ਹੈ, ਉਹ ਨਾੜਾਂ ਤੋਂ ਰਹਿਤ ਗਲਾ। ਹਰ ਜਨ ਕਹਿੰਦੇ ਕੰਠ ਹਰ ਰਾਖੈ ਕੰਠ ਜਨ ਧਾਰੇ, ਆਪਦੇ ਕੰਠ ਦੇ ਨਾਲ ਜੋੜ ਕੇ ਰੱਖਦਾ ਜਨ ਨੂੰ, ਆਪਦੀ ਆਵਾਜ਼ ਸੁਣਾਉਂਦਾ ਰਹਿੰਦਾ, ਆਪਦਾ ਸਰੂਪ ਦਿਖਾਉਂਦਾ ਰਹਿੰਦਾ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ। ਸਾਡਾ ਪਿਤਾ ਮਾਤਾ ਭਾਵ ਕਿ ਕਹਿੰਦੇ ਜਿਵੇਂ ਪਿਓ ਮਾਂ ਦੇ ਜੋ ਫਰਜ਼ ਹੁੰਦੇ ਨੇ ਤੇ ਦੁਨਿਆਵੀ ਰੂਪ ਦੇ ਵਿੱਚ ਜੋ ਪਿਓ ਮਾਂ ਫਰਜ਼ ਨਿਭਾਉਂਦੇ ਨੇ, ਜਿਵੇਂ ਪ੍ਰਤਪਾਲਨਾ ਕਰਦੇ ਨੇ ਨਾ, ਇਸ ਤਰ੍ਹਾਂ ਕਰਦਾ ਸਭ। ਅਸੀਂ ਕੀ ਕਹਿ ਸਕਦੇ ਹਾਂ? ਬਸ ਸਿੱਧਾ ਇਹ ਹੀ ਕਹਿਤਾ ਵੀ ਜਿਵੇਂ ਮਾਂ ਬਾਪ ਕਰਦਾ ਹੈ ਨਾ, ਉਵੇਂ ਕਰਦਾ। ਸੁਖਮ ਮਨ ਦੇ ਵਿੱਚ, ਕਿਉਂਕਿ ਮਹਾਰਾਜ ਕਹਿੰਦੇ ਮੋਲ ਨਾਹੀ ਕਛ ਕਰਨੇ ਜੋਗਾ, ਕਿਆ ਕੋ ਕਹੈ ਸੁਣਾਵੈ। ਕਹਿੰਦੇ ਉਹਦੀ ਕਥਾ ਦਾ, ਉਹਦੇ ਗਿਆਨ ਦਾ ਕੋਈ ਮੁੱਲ ਨਹੀਂ ਹੈਗਾ ਬਈ ਮੁੱਲ ਕਰਾ ਕੇ ਲੈ ਲਾਂਗੇ। ਮੋਲ ਨਾਹੀ ਕਿਛ ਕਰਨੇ ਜੋਗਾ, ਕਿਆ ਕੋ ਕਹਿ ਸੁਣਾਵੈ। ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਸਾਨੂੰ ਸੋਝੀ ਥੋੜ੍ਹੀ ਨਾ ਹੈਗੀ ਆ। ਕਹਿੰਦੇ ਜਿਵੇਂ ਸਾਨੂੰ ਜਿਸ ਦ੍ਰਿਸ਼ਟੀ ਦੇ ਨਾਲ ਸਾਨੂੰ ਉਹ ਦੇਖਦਾ ਹੈ, ਉਸੇ ਭਾਵ 'ਚ ਅਸੀਂ ਬੋਲਦੇ ਰਹਿੰਦੇ। ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਬੇਚਾਰਾ। ਆਪਣੀ ਗਤ ਵਿੱਚ ਤਾਪੇ ਜਾਣਾ, ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਅਗਾਈ। ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸ਼ਰਨਾਈ। ਸੋ ਫਿਰ ਇਸ ਤਰੀਕੇ ਗੁਰੂ ਪਿਆਰਿਓ, ਸਤਿਗੁਰ ਦੀ ਪਛਾਣ ਵਿਚਾਰਾਂ ਤੋਂ ਰਹਿਤ ਹੋ ਕੇ, ਇੱਕ ਦ੍ਰਿਸ਼ਟ ਹੋ ਕੇ, ਸਹਿਜ ਭਾਵ ਦੇ ਵਿੱਚ ਜਾ ਕੇ ਹੁੰਦੀ ਆ। ਜਦੋਂ ਸਹਿਜ ਭਾਵ ਦੇ ਵਿੱਚ ਸਾਡਾ ਮਨ ਸਹਿਜ ਹੋ ਗਿਆ, ਤਨ ਸਹਿਜ ਹੋ ਗਿਆ, ਫਿਰ ਦਰ 'ਤੇ ਜਾ ਕੇ ਆਸਣ ਲੱਗਿਆ। ਆਸਣ ਲਗਾਉਣ ਤੋਂ ਬਾਅਦ ਅਸੀਂ ਬੇਨਤੀਆਂ ਕਰਨੀਆਂ ਨੇ ਵੀ ਸਾਨੂੰ ਦਰ ਤੋਂ ਅੱਗੇ ਘਰ ਦੇ ਵਿੱਚ ਲੈ ਕੇ ਜਾਓ। ਘਰ ਤੋਂ ਮਹਿਲ ਵਿੱਚ ਲਿਜਾਏਗਾ ਤੇ ਗੱਲਬਾਤ ਕਰੇਗਾ ਨਾ। ਜਾ ਕੋ ਭੀਤਰ ਮਹਿਲ ਬੁਲਾਵੈ, ਪੁੱਛੋ ਬਾਤ। ਜਿੰਨੀ ਦੇਰ ਤੱਕ ਮਹਿਲ 'ਚ ਨਹੀਂ ਸਕਦਾ, ਗੱਲਬਾਤ ਕਿਵੇਂ ਕਰ ਲਓ ਤੁਸੀਂ? ਆਪ ਬੁਲਾਵਾ, ਗੱਲਬਾਤ ਤਾਂ ਹੀ ਕਰੂੰ। ਜਿਹਨੇ ਸਾਨੂੰ ਇੱਥੇ ਜਗਾ ਲਿਆ, ਉਹ ਰਾਤ ਨੂੰ ਸੁਪਨੇ 'ਚ ਵੀ ਜਗਾ ਲਏਗਾ। ਇੱਥੇ ਆਪਾਂ ਆਪਦੀ ਇੱਛਾ ਨਾਲ ਤਾਂ ਨਹੀਂ, ਮਰਜ਼ੀ ਨਾਲ ਤਾਂ ਨਹੀਂ ਪਤਾ ਲੱਗਾ ਨਾ। ਉਹ ਸਮਰੱਥ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਹਨੇ ਸਾਨੂੰ ਇੱਥੇ ਜਗਾਇਆ ਉੱਥੇ ਜਗਾ ਲਓ। ਉਹਨੂੰ ਖੁਸ਼ ਕਰਨਾ, ਉਹਦੀ ਸੇਵਾ ਕਰਨੀ। ਸੋ ਆਓ ਫਿਰ ਉਹਨਾਂ ਦੀ ਸੇਵਾ ਲਈ ਜਿਹੜੀ ਪਹਿਲੀ ਪੌੜੀ ਹੈ, ਵਾਹਿਗੁਰੂ ਗੁਰੂ ਮੰਤਰ ਦਾ ਜਾਪ, ਸਾਰੇ ਰਲ ਮਿਲ ਕੇ ਆਪਾਂ ਕਰੀਏ। ਨੇਤਰ ਬੰਦ ਕਰਕੇ ਸਾਰੇ ਗੁਰੂ ਪਿਆਰਿਓ ਕਰੋ ਸ਼ਬਦ ਦਾ ਅਭਿਆਸ ਜੀ। ਵਾਹਿਗੁਰੂ 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 ਵਾਹਿਗੁਰੂ